ਤੁਹਾਨੂੰ पता ही है कि एक 16 इसे महीने की 4 दिन पहला रानी के बाग PNB की ब्रांच के दिन दिहाड़े 2 क्रिमिनल्स आते ने वैपन्स के नाल 12:10 के उत्ते ते एक वड्डी वारदात नूं अंजाम करते हैं जिहदे विच लगभग 22 लाख रुपया बैंक के कैशियर तो पिस्तौल की नोक के उत्ते रैंसम लै लेंदे ने, उतों लुट कर लेंदे ने, जिहदे विच असी बैंक मैनेजर की स्टेटमेंट के उत्ते उत्थे परचा दिता और उस परचे तो बाद उहदी इन्वैस्टिगेशन शुरू की। साडे SP सिटी प्रभजोत सिंह, CAE दीयां टीमां, SHO साहबान, असी उस वेले फिर इहदा पूरा जिहड़ा इन्वैस्टिगेशन जिहड़ी है उहनूं स्टार्ट की और 4 दिन दे विच ये जिहड़ी बैंक डकैती दिन दिहाड़े की गई सी ਉਹਦੇ ਵਿੱਚ ਜਿਹੜੇ ਦੋਵੇਂ ਕ੍ਰਿਮੀਨਲ ਦੋਵਾਂ ਨੂੰ ਅਰੈਸਟ ਕਰ ਲਿਆ ਗਿਆ, ਜਿਹਦਾ ਇੱਕ ਦਾ ਨਾਮ ਹੈ ਲਾਲਜੀਤ ਸਿੰਘ ਜੋ ਕੱਥੂ ਨੰਗਲ ਥਾਣੇ ਦਾ ਵਸਨੀਕ ਹੈ ਔਰ ਦੂਸਰਾ ਜਿਹੜਾ ਗਗਨਦੀਪ ਸਿੰਘ ਜਿਹੜਾ ਮਜੀਠਾ ਰੋਡ ਅੰਮ੍ਰਿਤਸਰ ਦਾ ਵਸਨੀਕ ਹੈ। ਇਹ ਦੋਵਾਂ ਨੂੰ ਅਰੈਸਟ ਕਰ ਲਿਆ। ਉਸ ਦਿਨ ਜਿਹੜੀ ਉਹਨਾਂ ਦੇ ਨਾਲ ਵੈਪਨ ਸੀਗਾ, ਵੈਪਨ ਵੀ ਰਿਕਵਰ ਕਰ ਲਿਆ ਔਰ ਜਿਹੜੇ ਵਾਹੀਕਲ ਤੇ ਆਏ ਉਹਨਾਂ ਨੇ 2 ਵਾਹੀਕਲ ਇਸ ਸਾਰੇ ਅੰਜਾਮ ਕਰਨ ਵਾਸਤੇ 2 ਵਾਹੀਕਲ ਯੂਜ਼ ਕੀਤੇ। ਮੌਕੇ ਤੇ ਉਹ ਸਕੂਟੀ ਤੇ ਆਏ ਔਰ ਇਨਵੈਸਟੀਗੇਸ਼ਨ ਨੂੰ ਭੁਲੇਖਾ ਪਾਉਣ ਲਈ ਉਹਨਾਂ ਨੇ ਕੁਝ ਦੂਰ ਬਾਅਦ ਜਿਹੜੀ ਉਹ ਗੱਡੀ ਛੱਡ ਕੇ ਇੱਕ ਕਰੂਜ਼ ਜਿਹੜੀ ਹੈ ਉਹ ਜਿਹੜੀ ਉਹਨਾਂ ਦੀ ਆਪਣੀ ਸੀਗੀ ਉਹਦੇ ਵਿੱਚ ਗਏ। ਉਹ ਦੋਵੇਂ ਹੀ ਗੱਡੀਆਂ ਵੀ ਬਰਾਮਦ ਕਰ ਲਈਆਂ ਗਈਆਂ। ਸੋ ਉਸ ਦਿਨ ਜਿਹੜੇ ਉਹਨਾਂ ਨੇ ਕੱਪੜੇ ਪਾਏ ਹੋਏ ਸੀਗੇ, ਜੋ ਕੈਪ ਜੋ ਉਹਨਾਂ ਨੇ ਆਪਣਾ ਮੂੰਹ ਛੁਪਾਉਣ ਲਈ ਜੋ ਵੀ ਰੱਖਿਆ ਹੋਇਆ ਸੀਗਾ, ਉਹ ਕੱਪੜੇ ਵੀ ਰਿਕਵਰ ਕਰ ਲਿਆ। ਕਹਿਣ ਤੋਂ ਭਾਵ ਹੈ ਕਿ ਜਿਹੜੀ ਟੋਟਲ ਇਨਵੈਸਟੀਗੇਸ਼ਨ ਦੇ ਵਿੱਚ ਮੁਲਜ਼ਮ ਦੋਵੇਂ, ਵੈਪਨ ਦੋਵੇਂ ਔਰ ਦੋਵੇਂ ਵਾਹੀਕਲਸ ਔਰ ਜੋ ਉਦਨ ਉਹਨਾਂ ਨੇ ਹੁਲੀਆ ਬਣਾਇਆ ਹੋਇਆ ਸੀਗਾ, ਕੱਪੜੇ ਪਾਏ ਹੋਏ ਸੀਗੇ, ਉਹ ਸਾਰੇ ਔਰ ਜੋ ਲੁੱਟ ਦੀ ਰਕਮ ਪਾਈ ਜਿਹੜੀ ਹੈ 100% ਜਿਹੜੀ ਹੈ ਉਹ ਰਿਕਵਰ ਹੋ ਗਈ ਹੈ। 22,01,000 ਸਮਥਿੰਗ ਸੀਗਾ ਉਹ ਰਿਕਵਰ ਹੋ ਗਈ ਹੈ। ਸੋ ਇਹਦੇ ਨਾਲ ਜਿਹੜਾ ਇੱਕ ਵੱਡਾ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਜਿਹੜਾ ਅੰਮ੍ਰਿਤਸਰ ਦੇ ਵਿੱਚ ਇਹੋ ਜਿਹੀ ਜਿਹੜੀ ਲੁੱਟ ਸੀਗੀ ਦਿਨ ਦਿਹਾੜੇ ਕੀਤੀ, ਉਹ ਬਹੁਤ ਹੀ ਪ੍ਰੋਫੈਸ਼ਨਲ ਵੇ ਦੇ ਨਾਲ ਬਹੁਤ ਹੀ ਜਲਦੀ ਵਿਦਨ 4 ਡੇਜ਼ ਤਾਂ ਕਿ ਉਹਨਾਂ ਨੂੰ ਕੋਈ ਮੌਕਾ ਨਾ ਮਿਲੇ ਭੱਜਣ ਦਾ। ਔਰ ਇੱਥੇ ਮੈਂ ਕਹਿਣਾ ਚਾਹਾਂਗਾ ਕਿ ਸਾਡੇ ਜਿਹੜੇ ਮੁਲਾਜ਼ਮ ਜਿਨ੍ਹਾਂ ਨੂੰ ਹੁਣੇ ਆਪਾਂ ਸਰਟੀਫਿਕੇਟ ਵੀ ਕੀਤਾ, ਬਹੁਤ ਮਿਹਨਤ ਦੇ ਨਾਲ ਦਿਨ ਰਾਤ ਲਾ ਕੇ ਸਾਰੀਆਂ ਹੀ ਟੈਕਨੀਕਲ ਟੀਮਾਂ, ਸਾਰੀਆਂ ਹੀ ਸਾਡੇ ਜਿਹੜੇ SHO ਸਾਹਿਬਾਨ ਪਲੱਸ ਉਹਨਾਂ ਦੇ ਥੱਲੇ ਜਿਹੜੀਆਂ ਟੀਮਾਂ ਸੀ, ਮੈਂ ਉਦੋਂ ਵੀ ਕਿਹਾ ਸੀਗਾ ਕਿ ਅਸੀਂ 10 ਟੀਮਾਂ ਫਾਰਮੂਲੇਟ ਕੀਤੀਆਂ ਨੇ, ਡਿਫਰੈਂਟ ਟਾਸਕਿੰਗ ਦਿੱਤੀਆਂ ਕਿਉਂਕਿ ਬਿਲਕੁਲ ਬਲਾਈਂਡ ਇਹ ਇੱਕ ਵਾਰਦਾਤ ਸੀਗੀ ਜਿਹਦੇ ਵਿੱਚ ਅਸੀਂ ਡਿਫਰੈਂਟ ਥਿਊਰੀਜ਼ ਦੇ ਉੱਤੇ ਵਰਕ ਕਰ ਰਹੇ ਸੀਗੇ ਕਿ ਕਿਉਂ ਆਏ। ਔਰ ਤੁਹਾਨੂੰ ਉਦੋਂ ਵੀ ਯਾਦ ਹੈ ਕਿ ਜਦੋਂ 12:10 ਤੇ ਹੋਈ ਤੇ ਅਸੀਂ ਜਿਹੜੇ ਸਾਡੇ ਬੀਟ ਇੰਚਾਰਜ ਵੀ ਉਸ ਦਿਨ 11:30 ਦੇ ਉੱਤੇ ਉਸ ਬੈਂਕ ਜਾਂਦੇ ਨੇ ਔਰ ਉਹਨਾਂ ਦੇ ਰਜਿਸਟਰ ਦੇ ਵਿੱਚ ਵੀ ਅੰਦਰਾਜ਼ ਕਰਦੇ ਨੇ ਔਰ ਉਦੋਂ ਉਹਨਾਂ ਨੇ ਨੋਟਿਸ 'ਚ ਵੀ ਲਿਆਂਦਾ ਸੀਗਾ ਕਿ ਇੱਥੇ ਸਿਕਿਉਰਿਟੀ ਗਾਰਡ ਨਹੀਂ ਹੈ ਔਰ ਤੁਹਾਡੇ ਜਿਹੜੇ ਅਲਾਰਮ ਨਹੀਂ ਵੱਜ ਰਹੇ। ਲੇਕਿਨ 12:10 ਤੇ ਵਾਰਦਾਤ ਹੁੰਦੀ ਹੈ ਔਰ ਇਹ ਅਸੀਂ ਵਿਦਨ 4 ਡੇਜ਼ ਮੇਰੇ ਖਿਆਲ ਕੋਈ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਚਾਹੇ ਸਕਾਟਲੈਂਡ ਪੁਲਿਸ ਵਰਗੀ ਨਾਲੋਂ ਵੀ ਵਧੀਆ ਜਿਹੜੀ ਹੈ ਉਹ ਪੰਜਾਬ ਪੁਲਿਸ ਨੇ ਆਪਣੀ ਫਿਰ ਇੱਕ ਵਾਰ ਫਿਰ ਜਿਹੜੀ ਆਪਣੀ ਪ੍ਰੋਫੈਸ਼ਨਲਿਜ਼ਮ, ਦਲੇਰੀ ਔਰ ਹਾਰਡ ਵਰਕ ਦਾ ਇੱਕ ਮੁਲਾਜ਼ਾ ਕਰਦੇ ਹੋਏ ਇਹ ਸਾਰੇ ਹੀ ਸਾਡੇ ਜਿਹੜੇ ਮੁਲਾਜ਼ਮ ਉਹਨਾਂ ਨੇ ਆਪਣੀ ਇਹ ਜਿਹੜੀ ਹੈ ਕਾਰਵਾਈ ਕੀਤੀ ਹੈ। ਇਸ ਸਾਰੇ ਆਪਰੇਸ਼ਨ ਦੇ ਵਿੱਚ ਲਗਭਗ 40 ਕਿਉਂਕਿ ਇੰਨੀਆਂ ਜ਼ਿਆਦਾ ਟਾਸਕਿੰਗ ਸੀਗੀਆਂ, 10 ਟੀਮਾਂ ਸੀਗੀਆਂ, ਉਹਨਾਂ ਦੇ ਵਿੱਚ ਸਾਡੇ ਕੋਈ 40 ਕੁ ਮੁਲਾਜ਼ਮ ਇੰਸਪੈਕਟਰ SHO ਤੋਂ ਲੈ ਕੇ ਥੱਲੇ ਕਾਂਸਟੇਬਲ ਤੱਕ ਉਹਨਾਂ ਨੇ ਇਹ ਮਸ਼ੱਕਤ ਕੀਤੀ ਹੈ ਔਰ ਲਗਭਗ 35 ਕਿਲੋਮੀਟਰ ਦਾ ਜਿਹੜਾ ਉਹ ਸਮਝ ਲਓ ਵੀ ਇੱਥੋਂ ਵਾਰਦਾਤ ਵਾਲੀ ਜਗ੍ਹਾ ਤੋਂ ਲੈ ਕੇ ਜਿੱਥੇ ਉਹ ਗਏ ਨੇ ਉਹਦਾ ਪਿੱਛਾ ਕੀਤਾ। डिफरेंट तरीके दे नाल पिछा कीता, बहुत सारा टैक्नीकल डाटा लिया गया, बहुत सारिया जिहड़ियां उन्हां दे नाल असीं देखदे होया
ਇਹ ਕੀਤਾ। ਉਹ 40 ਜਿਹੜੇ ਸਾਡੇ ਜਿਹੜੇ ਆਫੀਸ਼ੀਅਲ ਸੀਗੇ ਉਹਨਾਂ ਨੂੰ ਵੀ ਅੱਜ ਆਪਾਂ ਆਨਰ ਕੀਤਾ, ਸਰਟੀਫਿਕੇਟ ਦੇ ਕੇ ਵੀ, ਕੈਸ਼ ਰਿਵਾਰਡ ਵੀ ਹੋਏਗਾ ਔਰ ਇਹਨਾਂ ਦੀਆਂ ਜੋ ਬਣਦੀਆਂ। ਅੰਦਰ ਸਰ ਅੰਦਰ ਕੌਣ ਗਿਆ ਸੀ ਸਰ? ਦੋਵਾਂ ਚੋਂ ਇੱਕ ਬਾਹਰ ਰਿਹਾ ਸੀਗਾ। ਇਹਦੇ 'ਚ ਗਗਨਦੀਪ ਸਿੰਘ ਜਿਹੜਾ ਗਗਨ ਸਿੰਘ ਹੈ ਉਹ ਅੰਦਰ ਗਿਆ ਸੀਗਾ। ਔਰ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਜਿਹੜੇ ਵੈਪਨ ਵੀ ਉਹਨਾਂ ਦੇ ਲਾਇਸੈਂਸੀ ਸੀਗੇ। ਇੱਕ ਵੈਪਨ ਉਹਦੇ ਫਾਦਰ ਦਾ ਸੀਗਾ ਔਰ ਇੱਕ ਉਹਦਾ ਆਪਣਾ ਸੀਗਾ, ਮਤਲਬ ਦੋਵਾਂ ਦੇ ਹੀ ਲਾਇਸੈਂਸੀ ਵੈਪਨ ਸੀਗੇ, ਗਗਨ ਦਾ। ਔਰ ਦੂਜੇ ਨੰਬਰ 'ਤੇ ਜਿਹੜੀ ਉਹ ਸਕੂਟੀ ਵਰਤੀ ਗਈ ਸੀਗੀ ਉਹ ਵੀ ਉਹਨਾਂ ਦੇ ਨਾਂ ਸੀਗੀ। ਔਰ ਸ਼ੈਵਰਲੇਟ ਦੀ ਜਿਹੜੀ ਕਰੂਜ਼ ਗੱਡੀ ਹੈ ਉਹ ਵੀ ਅਸੀਂ ਰਿਕਵਰ, ਬਹੁਤ ਸ਼ਾਤਰ ਤਰੀਕੇ ਦੇ ਨਾਲ ਉਹਨਾਂ ਨੇ ਭੁਲੇਖਾ ਪਾਉਣ ਲਈ ਕੁਝ ਕਿਲੋਮੀਟਰ ਤੋਂ ਬਾਅਦ 10-15 ਕਿਲੋਮੀਟਰ ਤੋਂ ਬਾਅਦ ਸਕੂਟੀ ਦੇ ਨੂੰ ਐਕਸਚੇਂਜ ਕਰਕੇ ਜਿੱਥੇ ਪਹਿਲਾਂ ਹੀ ਗੱਡੀ ਖੜੀ ਕੀਤੀ ਹੋਈ ਸੀਗੀ ਉਹਦੇ ਵਿੱਚ ਆਪਣੇ ਆਪ ਨੂੰ ਚੇਂਜ ਕਰ ਲਿਆ, ਤਾਂ ਕਿ ਅਸੀਂ ਜੇ ਸਕੂਟੀਆਂ ਵੀ ਚੈੱਕ ਕਰਦੇ ਰਹੀਏ ਤੇ ਉਹ ਗੱਡੀ ਆਪਦੀ ਜਿਹੜੀ ਹੈ ਉਹ ਚੇਂਜ ਕਰ ਲਈ। ਲੇਕਿਨ ਕੋਈ ਬੈਂਕ ਵਾਲੇ ਦੀ ਸ਼ਮੂਲੀਅਤ ਸਾਹਮਣੇ ਆਈ ਨਹੀਂ। ਦੇਖੋ ਉਹਨਾਂ ਨੇ ਕੋਈ ਅਲਾਰਮ ਨਹੀਂ ਚੱਲਿਆ ਤੇ ਕੋਈ ਬੈਂਕ ਵਾਲੇ ਦੀ ਮੁਲਾਜ਼ਮ ਦੀ ਕੋਈ ਸ਼ਮੂਲੀਅਤ ਸਾਹਮਣੇ ਆ ਰਹੀ। ਦੇਖੋ ਇਨੀਸ਼ੀਅਲ ਸਟੇਜ ਦੇ ਤਾਂ ਹਾਲੇ, ਕਿਉਂਕਿ ਅਰੈਸਟ ਕੀਤਾ ਅੱਜ ਸਵੇਰੇ, ਹਾਲੇ ਕੋਈ ਇਹੋ ਜਿਹੀ ਸ਼ਮੂਲੀਅਤ, ਕਿਉਂਕਿ ਬਾਕੀ ਇਨਵੈਸਟੀਗੇਸ਼ਨ ਦਾ ਮਸਲਾ ਹੈਗਾ, ਉਹਨਾਂ ਦੀ ਸਾਰੀ ਪੁੱਛਗਿੱਛ ਹੋਏਗੀ। ਲੇਕਿਨ ਇਨੀਸ਼ੀਅਲ ਤੌਰ ਦੇ ਉੱਤੇ ਉਹਨਾਂ ਦਾ ਕਹਿਣ ਤੋਂ ਇਹ ਸੀਗਾ ਕਿ ਇੱਥੇ ਕਿਉਂਕਿ ਗਾਰਡ ਨਹੀਂ ਸੀਗਾ, ਸੋ ਉਹਨਾਂ ਨੇ ਇਹ ਜਿਹੜੀ ਹੈ ਵਾਰਦਾਤ ਅੰਜਾਮ ਦਿੱਤੀ ਹੈ। ਬਟ ਡੈਫੀਨੇਟਲੀ ਅਸੀਂ ਉਹ ਸਾਰੇ ਪਹਿਲੂ ਜਿਹੜੇ ਉਹ ਸਾਰੀਆਂ ਪੁੱਛਗਿੱਛ, ਜੇ ਉਹਦੇ ਵਿੱਚ ਕੋਈ ਵੀ ਵਿਅਕਤੀ ਜਾਂ ਕੋਈ ਵੀ ਇੰਸਟੀਟਿਊਸ਼ਨ ਕਿਸੇ ਵੀ ਤੌਰ 'ਤੇ ਸਿੱਧੇ ਜਾਂ ਸਿੱਧੇ ਤੌਰ 'ਤੇ ਉਹਦੇ 'ਚ ਇਨਵੋਲਵ ਹੋਏਗਾ। ਹਾਂ, ਤੁਹਾਡੇ ਤਿੰਨੇ ਸਵਾਲ ਜਿਹੜੇ ਆ ਉਹਦਾ ਪਹਿਲੇ ਨੰਬਰ ਦੇ ਉੱਤੇ ਕਿ ਇਹ ਦੋਵਾਂ ਦਾ ਹਾਲੇ ਤੱਕ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ। ਸੋ ਇੱਕ ਬੜੀ ਵੱਡਾ ਚੈਲੰਜ ਹੁੰਦਾ ਜਦੋਂ ਤੁਹਾਡਾ ਕ੍ਰਿਮੀਨਲ ਰਿਕਾਰਡ ਨਾ ਹੋਵੇ, ਕਿਉਂਕਿ ਨਾਰਮਲੀ ਅਸੀਂ ਸਾਰੇ ਹੀ ਜਿਹੜੇ ਕ੍ਰਿਮੀਨਲ ਕੋਈ ਬਾਹਰ ਆਏ ਹੁੰਦੇ ਨੇ ਜਾਂ ਪੁਰਾਣੇ ਹੁੰਦੇ ਉਹਨਾਂ ਦਾ ਰਿਕਾਰਡ ਛਾਣਦੇ ਆ, ਇਹਦੇ ਵਿੱਚ ਵੀ ਛਾਣਿਆ ਗਿਆ। ਲੇਕਿਨ ਇਹਨਾਂ ਦਾ ਹਾਲੇ ਕੋਈ ਸਾਡੇ ਅੱਗੇ ਕੋਈ ਇਹੋ ਜਿਹਾ ਕ੍ਰਿਮੀਨਲ ਰਿਕਾਰਡ ਉਹਨਾਂ ਦੇ ਥਾਣਿਆਂ ਤੋਂ ਪਤਾ ਕੀਤਾ ਗਿਆ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ। ਨੰਬਰ 2 ਦੇ ਉੱਤੇ ਜਿੱਥੋਂ ਤੱਕ ਮਨਸ਼ਾ ਦੀ ਗੱਲ ਹੈ, ਉਹੀ ਫੇਰ ਆਉਂਦਾ ਛੇਤੀ ਅਮੀਰ ਹੋਣ ਵਾਲੀ ਵੀ, ਕਿਉਂਕਿ ਉਹਨਾਂ ਕੋਲ ਵੈਪਨ ਵੀ ਸੀਗਾ, ਲਾਇਸੈਂਸੀ ਵੈਪਨ ਵੀ ਸੀਗਾ। ਦੋਵਾਂ ਨੇ ਹਮ ਰਾਜ਼ ਹੋ ਕੇ ਕਿ ਛੇਤੀ ਅਮੀਰ ਹੋਇਆ ਜਾਵੇ ਤੇ ਬੈਂਕ ਕਿਉਂਕਿ ਗਾਰਡ ਵਗੈਰਾ ਨਹੀਂ ਸੀਗੀ ਤੇ ਅੰਦਰ ਗਏ। ਤੁਹਾਨੂੰ ਤੁਸੀਂ ਦੇਖਿਆ ਹੀ ਹੋਇਆ, ਸਾਰਿਆਂ ਨੇ ਵਿਜ਼ਿਟ ਕੀਤਾ। ਮੇਰੇ ਖਿਆਲ 1.5 ਮਿੰਟ ਲੱਗਿਆ ਹੋਣਾ, 2 ਮਿੰਟ ਲੱਗਿਆ ਹੋਣਾ ਕਿ ਉਹ ਗਏ ਤੇ ਲਿਫਾਫਾ ਦਿੱਤਾ, ਪੈਸੇ ਦੇ ਦਿੱਤੇ ਤੇ ਚਲੇ ਗਏ। ਤੇ ਰੈਕੀ ਸਰ ਜਾਂ ਇਹਨਾਂ ਦਾ ਅਕਾਊਂਟ ਹੈਗਾ ਸੀ ਉਹਨਾਂ ਦੇ ਬੈਂਕ ਦੇ ਵਿੱਚ? ਨਹੀਂ, ਹਾਲੇ ਇਹੋ ਜੀ ਬੈਂਕ ਅਕਾਊਂਟ ਵਾਲੀ ਗੱਲ ਵੀ ਨਹੀਂ ਸਾਹਮਣੇ ਆਈ। ਲੇਕਿਨ ਇਹ ਹੈ ਕਿ ਉਹਨਾਂ ਦਾ ਇੱਥੋਂ ਲੰਘਦੇ ਰਹੇ ਨੇ ਔਰ ਬੈਂਕ ਨੂੰ ਰੈਕੀ ਵੀ ਡੈਫੀਨੇਟਲੀ ਕਰਦੇ ਰਹੇ ਨੇ। ਔਰ ਇਹ ਸੀਗਾ ਕਿ PNB ਦੇ ਵਿੱਚ ਕਿਉਂਕਿ ਬਾਹਰ ਗਾਰਡ ਨਹੀਂ ਬੈਠਾ ਹੋਇਆ, ਇਸ ਕਰਕੇ ਉਹਨਾਂ ਨੇ ਉਹ ਟਾਈਮ ਚੁਣਿਆ। ਔਰ ਉਹ ਟਾਈਮ ਵੀ ਜਿਹੜਾ ਚੁਣਿਆ ਜਦੋਂ 12 12:30 ਵਜੇ ਦੇ ਵਿੱਚ ਉਹਨਾਂ ਕੋਲ ਕੈਸ਼ ਜ਼ਿਆਦਾ ਹੁੰਦਾ। ਹਾਂ, ਜਿਹੜਾ ਲਾਲਜੀਤ ਹੈ ਇਹਦਾ ਤਾਂ ਜ਼ਿਮੀਂਦਾਰਾਂ ਦਾ ਕੰਮ ਹੈ, ਜ਼ਮੀਨ ਵਗੈਰਾ ਕਰਦੇ ਨੇ, ਖੇਤੀਬਾੜੀ ਦਾ ਕੰਮ ਹੈ। ਔਰ ਜਿਹੜਾ ਦੂਸਰਾ ਹੈਗਾ ਗਗਨਦੀਪ, ਇਹ ਵੈਸੇ ਗ੍ਰੈਜੂਏਟ ਹੈ, BA ਪਾਸ ਹੈ, ਲੇਕਿਨ ਵਿਹਲਾ ਟਾਈਪ ਹੈ। ਔਰ ਇਹ ਜਿਹੜਾ ਬੇਸਿਕਲੀ ਹੁਣ ਤਾਂ ਜਿਹੜਾ ਤੁਸੀਂ ਲਾ ਲਓ ਵੀ ਇਹ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਐਂਟਰ ਕਰ ਗਏ ਕਿ ਆਪਣਾ ਇੱਕ, ਕਿਉਂਕਿ ਦੋਵੇਂ ਹਮਰਾਜ਼ ਹੋ ਗਏ, ਹੈ ਵਿਲਰ ਟਾਈਪ ਤੁਸੀਂ ਇਹ ਕਹਿ ਸਕਦੇ। ਸਰ ਇੱਕ ਦੇ ਫਾਦਰ ਦਾ ਲਾਇਸੈਂਸੀ ਪਿਸਟਲ ਸੀਗਾ, 2 ਦਿਨ ਪਹਿਲੇ ਵੀ ਪੁਲਿਸ ਨੇ ਪਕੜੇ ਸੀਗੇ 2, ਉਹਦੀ ਮਦਰ ਦਾ ਪਿਸਟਲ ਸੀਗਾ ਇਸ ਤਰ੍ਹਾਂ ਹੀ ਲਾਇਸੈਂਸੀ। ਕਿਆ ਉਹਨਾਂ ਜਿਨ੍ਹਾਂ ਦੇ ਪਿਸਟਲ ਆ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਜਾਏਗਾ? ਡੈਫੀਨੇਟਲੀ ਦੇਖੋ, ਜਿਹੜਾ ਐਕਟ ਦੇ ਮੁਤਾਬਕ ਜਿਹੜਾ ਹੈਗਾ, ਜੇ ਤੁਹਾਡਾ ਪਿਸਟਲ ਦੂਜੇ ਦੇ ਕੋਲ ਹੈਗਾ ਤੇ ਉਹ ਡੈਫੀਨੇਟਲੀ ਉਹਦੇ ਕਾਨੂੰਨ ਜੋ ਉਹ ਕਸੂਰ ਹੁੰਦਾ ਉਹ ਡੈਫੀਨੇਟਲੀ ਹੋਏਗਾ। ਔਰ ਕਿਉਂਕਿ ਇਸੇ ਕਰਕੇ ਆਪਾਂ ਬਹੁਤ ਸਾਰੇ ਵੈਰੀਫਿਕੇਸ਼ਨ ਕੀਤੀਆਂ, ਜਿਹੜੇ ਬੰਦੇ ਜਿਨ੍ਹਾਂ ਦੇ ਲਾਇਸੈਂਸ ਨਹੀਂ, ਬਹੁਤ ਸਾਰੇ ਕੈਂਸਲ ਵੀ ਹੋਏ ਵੈਰੀਫਿਕੇਸ਼ਨ ਤੋਂ ਬਾਅਦ। ਸੋ ਡੈਫੀਨੇਟਲੀ ਇਹ ਜਿਹੜੀ ਪ੍ਰੋਸੈਸ ਦੇ ਵਿੱਚ ਜੋ ਕਾਨੂੰਨ ਦੇ ਮੁਤਾਬਕ ਹੋਏਗਾ ਉਹ ਡੈਫੀਨੇਟਲੀ ਇਹਨਾਂ ਦੀ ਗ੍ਰਿਫਤਾਰੀ ਕਿੱਥੋਂ ਹੋਈ ਜੀ ਇਹਨਾਂ ਦੋਨਾਂ ਦੀ? ਦੇਖੋ, ਦੋਵਾਂ ਦੀ ਅਸੀਂ ਗ੍ਰਿਫਤਾਰੀ ਜਿਹੜੀ ਹੈਗੀ ਹੈ ਉਹ ਅਲਟੀਮੇਟਲੀ ਉਹਨਾਂ ਦੇ, ਕਿਉਂਕਿ ਮਿਲ ਕੇ ਉਹਨਾਂ ਨੂੰ ਉੱਥੇ ਘਰੇ ਜਿਹੜਾ ਸੀਗਾ ਉੱਥੋਂ ਅਸੀਂ ਕੀਤੀ ਹੈਗੀ ਹੈ। ਤੁਹਾਨੂੰ ਦੱਸਿਆ ਇੱਕ ਇੱਥੋਂ ਨੰਗਲ ਦਾ ਸੀਗਾ ਤੇ ਇੱਕ ਉੱਥੋਂ ਦਾ ਜਿਹੜਾ ਹੈਗਾ ਮਜੀਠਾ ਰੋਡ ਦਾ ਹੈਗਾ, ਉੱਥੋਂ ਉਹਨਾਂ ਨੂੰ ਕੀਤੀ ਹੈ। ਉਹਦੇ ਵਿੱਚ ਬਾਕੀ ਗੱਲਾਂ ਕਿੱਥੇ ਰਹੇ ਕਿਵੇਂ ਰਹੇ ਉਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ। ਆਪਸ ਦੇ ਵਿੱਚ ਸਰ ਇਹਨਾਂ ਦਾ ਕਦੋਂ ਦਾ ਕਨੈਕਸ਼ਨ ਸੀ? ਨਹੀਂ, ਬੇਸਿਕਲੀ ਮਜੀਠਾ ਰੋਡ ਅੰਮ੍ਰਿਤਸਰ ਦਾ। ਬੇਸਿਕਲੀ ਇਹ ਇੱਕ ਦੂਜੇ ਨੂੰ ਕਾਫੀ ਦੇਰ ਤੋਂ ਜਾਣੂ ਸੀਗੇ ਔਰ ਉਸ ਤੋਂ ਬਾਅਦ ਕਿਉਂਕਿ ਵੇਲਰ ਟਾਈਪ ਸੀਗੇ ਤੇ ਇਹਨਾਂ ਨੇ ਸੋਚਿਆ ਕਿ ਇਹ ਬੜਾ ਈਜ਼ੀ ਹੈ ਕਿ ਵੈਪਨ ਹੈਗਾ ਸਾਡੇ ਕੋਲ, ਵਾਹੀਕਲ ਵੀ ਹੈਗਾ
ਤੇ ਡੇ ਟਾਈਮ ਤੇ ਗਏ ਤੇ ਜਿੱਥੇ ਕੋਈ ਗਾਰਡ ਨਾ ਹੋਵੇ ਉੱਥੇ ਜਾ ਕੇ ਉਹ ਬੈਂਕ ਸਰ ਅੰਮ੍ਰਿਤਸਰ ਦੇ ਵਿੱਚ ਕਈ ਅਜਿਹੇ ਬੈਂਕ ਨੇ ਜਿਨ੍ਹਾਂ ਤੱਕ ਹਾਲੇ ਤੱਕ ਵੀ ਕੋਈ ਗਾਰਡ ਨਹੀਂ। ਬੈਂਕ ਦੇ ਵਿੱਚ ਵੀ ਉਹਨਾਂ ਦੇ ਬਾਹਰ ਏਟੀਐਮ ਨੇ, ਉਹਨਾਂ ਤੱਕ ਵੀ ਕੋਈ ਗਾਰਡ ਨਹੀਂ, ਰਾਤ ਵੀ ਖੁੱਲੇ ਰਹਿੰਦੇ ਨੇ। ਜੇ ਅਜਿਹਾ ਹੀ ਮਤਲਬ ਜਿਵੇਂ ਹੁਣ ਹੋਇਆ ਬਾਕੀ ਬੈਂਕਾਂ ਨਾਲ ਵੀ ਹੋ ਸਕਦਾ। ਦੇਖੋ ਅਸੀਂ ਤੁਹਾਨੂੰ ਪਤਾ ਹੀ ਹੈ ਕਿ ਹਮੇਸ਼ਾ ਇਸ ਗੱਲ ਤੇ ਚਰਚਾ ਕਰਦੇ ਰਹੀਦਾ ਔਰ ਤੁਸੀਂ ਦੇਖਿਆ ਸਾਰੇ ਪੱਤਰਕਾਰਾਂ ਨੇ ਵੀ ਕਿ ਜਦੋਂ ਇਹ ਵਾਰਦਾਤ ਹੋਈ ਹੈ ਔਰ ਉਹ ਜਿਹੜਾ ਰਜਿਸਟਰ ਦੇ ਵਿੱਚ ਵੀ ਸਾਡੇ ਜਿਹੜੇ EMPLOYEES ਨੇ, ਸਾਡੇ ਬੀਟ, ਉਹਨਾਂ ਦੀ ਅਸੀਂ ਸਾਡੇ ਆਫਿਸਰਸ ਨੇ, ਅਸੀਂ ਉਹਨਾਂ ਦੀ ਇੱਕ ਡਿਊਟੀ ਲਾਈ ਹੈ ਕਿ ਤੁਸੀਂ ਇੰਸਟੀਟਿਊਸ਼ਨਸ ਜਾਓ, ਡਿਫਰੈਂਟ ਟਾਈਮਿੰਗਸ ਤੇ ਜਾਓ, ਉਹਨਾਂ ਨੂੰ ਆਗਾਜ਼ ਵੀ ਕਰੋ। ਔਰ ਜੇ ਹਾਫ ਐਨ ਆਵਰ ਦਾ ਫਰਕ ਪਿਆ, ਜੇ ਕਿਤੇ ਹਾਫ ਐਨ ਆਵਰ ਦਾ ਫਰਕ ਹੁੰਦਾ ਤਾਂ ਸ਼ਾਇਦ ਉੱਥੇ ਹੀ ਮੌਕੇ 'ਤੇ ਮੁਕਾਬਲਾ ਵੀ ਹੋ ਸਕਦਾ ਸੀਗਾ। ਔਰ ਲੇਕਿਨ ਅਸੀਂ ਆਪਣੇ ਤੌਰ ਦੇ ਉੱਤੇ ਬੜਾ ਚੌਕਸ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਜਿਹੜੇ ਬੀਟ ਇੰਚਾਰਜ ਹੈ ਉਹਨਾਂ ਨੂੰ ਪੂਰੀ ਹਦਾਇਤ ਹੈ ਕਿ ਇਹਨਾਂ ਇੰਸਟੀਟਿਊਸ਼ਨਸ ਨੂੰ ਜਾ ਕੇ ਚੈੱਕ ਵੀ ਕਰਨਾ। ਬਹੁਤ ਸਾਰੇ ਇੰਸਟੀਟਿਊਸ਼ਨਸ ਨੇ ਆਪਣੇ ਗਾਰਡ ਵੀ ਰੱਖੇ ਹੈ, ਜਿਹੜੇ ਬੈਂਕਸ ਵੀ ਨੇ ਜਾਂ ਹੋਰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਵੀ ਨੇ, ਅਸੀਂ ਵੀ ਉਹਨਾਂ ਦਾ ਧਿਆਨ ਰੱਖਦੇ ਹਾਂ ਔਰ ਬਾਕੀਆਂ ਨੂੰ ਵੀ ਅਸੀਂ ਹਦਾਇਤ ਵੀ ਕਰ ਰਹੇ ਹਾਂ, ਉਹਨਾਂ ਨਾਲ ਕੋਆਰਡੀਨੇਟ ਵੀ ਕਰ ਰਹੇ ਹਾਂ, ਉਹਨਾਂ ਨਾਲ ਮੀਟਿੰਗਸ ਵੀ ਕੀਤੀਆਂ ਨੇ ਕਿ ਤੁਸੀਂ ਆਪਣਾ ਜਿਹੜਾ ਹੈਗਾ ਇਹਨੂੰ ਸੇਫਟੀ ਵੱਲੋਂ ਉਹਨਾਂ ਜਿਹੜੀਆਂ ਹੈਗੀਆਂ ਬੈਂਕਸ ਜਾਂ ਇੰਸਟੀਟਿਊਸ਼ਨਸ ਨੂੰ ਸੇਫ ਰੱਖਿਆ ਜਾਵੇ। ਲੇਕਿਨ ਅੱਜ ਦੀ ਡੇਟ ਦੇ ਉੱਤੇ ਇਹ ਇੱਕ ਐਗਜ਼ਾਮਪਲ ਹੈ ਕਿ ਇੱਕ 3 ਦਿਨਾਂ ਦੇ ਵਿੱਚ ਇੱਕ ਜਿਹੜਾ ਬਿਲਕੁਲ ਬਲਾਈਂਡ ਜਿਹੜੀ ਇਹ ਵਾਰਦਾਤ, ਇੰਨੀ ਵੱਡੀ ਵਾਰਦਾਤ ਸੀਗੀ, ਉਹਨੂੰ ਇੱਕ ਸੋਲਵ ਹੋਇਆ, ਡਿਟੈਕਟ ਹੋਇਆ, ਮੁਲਜ਼ਮ ਵੀ ਫੜੇ ਗਏ ਔਰ ਪੂਰੀ ਜਿਹੜੀ ਉਹ ਹੋ ਗਈ ਹੈ, ਰਿਕਵਰ ਵੀ ਹੋ ਗਿਆ ਵੈਪਨ ਵੀ। ਔਰ ਇੱਕ ਕਾਫੀ ਜਿਹੜੀ ਹੈ ਫੋਰਸ ਵਾਸਤੇ ਵੀ ਮੋਟੀਵੇਸ਼ਨਲ ਵਾਲੀ ਗੱਲ ਹੈਗੀ ਹੈ ਔਰ ਪਬਲਿਕ ਵਾਸਤੇ ਵੀ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੁਲਿਸ ਦੀ, ਜਿਵੇਂ ਆਪਾਂ ਅੱਗੇ ਵੀ ਗੱਲ ਕਰਦੇ ਹਾਂ, ਬਿਲਕੁਲ ਮੈਂਟਲੀ ਵੀ ਅਲਰਟ ਹੈ, ਫਿਜ਼ੀਕਲੀ ਵੀ ਚੌਕਸ ਹੈ ਔਰ ਸਾਡਾ ਪੂਰਾ ਧਿਆਨ ਹੈ। ਜੇ ਪਬਲਿਕ ਦੀ ਪੂਰੀ ਸਪੋਰਟ ਹੋਏਗੀ ਔਰ ਪਬਲਿਕ ਜਿਵੇਂ ਸਾਨੂੰ ਬਹੁਤ ਸਪੋਰਟ ਕਰ ਰਹੀ ਹੈ, ਇਨਫੋਰਮੇਸ਼ਨ ਵੀ ਕਰ ਰਹੀ ਹੈ, ਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਹੈ ਕ੍ਰਿਮੀਨਲ ਐਕਟੀਵਿਟੀਜ਼ ਦੇ ਪੂਰੀ ਨੱਥ ਪਾਈ ਜਾ ਸਕਦੀ ਹੈ। ਥੈਂਕ ਯੂ ਵੈਰੀ ਮਚ। ਸਰ 19 ਦਸੰਬਰ ਨੂੰ ਕੱਥੂ ਨੰਗਲ ਇੱਕ ਬੈਂਕ ਡਕੈਤੀ ਹੋਈ ਸੀ। ਸੇਮ ਮੋਡਸ ਆਪਰੈਂਡੀ ਸੀਗਾ, ਸੇਮ 2 ਬੰਦੇ ਸੀਗੇ, ਇਸ ਤਰ੍ਹਾਂ ਲੁੱਟ ਕੇ ਲੈ ਗਏ ਸੀਗੇ। ਉਹ ਵੀ ਬੰਦਾ ਵੀ ਕੱਥੂ ਨੰਗਲ ਦਾ ਹੈਗਾ ਸਰ, ਕੋਈ ਲਿੰਕ? ਦੇਖੋ ਉਹ ਚੀਜ਼ਾਂ ਨੂੰ ਹੁਣ ਆਪਾਂ ਇਨਵੈਸਟੀਗੇਟ ਕਰਾਂਗੇ, ਬਾਕੀ ਪਾਰਟ ਵੀ ਠੀਕ ਹੈ, ਉਹਦੇ ਵਿੱਚ ਕੀ ਹੋਰ ਇਹਨਾਂ ਦੀਆਂ ਕੋਈ ਐਕਟੀਵਿਟੀਜ਼ ਰਹੀਆਂ ਨੇ, ਕਿਵੇਂ ਰਹੀਆਂ, ਲੇਕਿਨ ਹਾਲੇ ਉਹਨਾਂ ਦੇ ਕੋਈ ਨੋਮੀਨੇਟ ਨਹੀਂ, ਉਹ ਤਾਂ ਸਾਰੀਆਂ ਕੰਪੇਅਰ ਹੋ ਜਾਏਗਾ, ਉਹ ਸਾਰਾ ਸਿਸਟਮ ਬਣ ਜਾਏਗਾ।